किसानी अंदोलन ਨੂੰ ਲੈ ਕੇ ਸਰਕਾਰ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਨੇ? ਸਰਕਾਰ ਦਾ ਅੰਦਰਲਾ ਚਿਹਰਾ ਕੀ ਕਹਿੰਦਾ ਹੈ, ਬਾਹਰਲਾ ਕੀ ਕਹਿੰਦਾ? ਸਰਕਾਰ ਦੇ ਸੋਰਸੇ ਦੱਸਦੇ ਨੇ, ਸਰਕਾਰ ਦੇ ਅਫਸਰ ਇਹ ਦੱਸਦੇ ਨੇ ਕਿ ਸਰਕਾਰ ਝੁਕੀ ਹੋਈ ਆ, ਸਰਕਾਰ ਡਰੀ ਹੋਈ ਹੈ। ਉਹਨਾਂ ਨੂੰ ਪਤਾ ਕਿ ਅਗਰ ਅਸੀਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਹਾਰ ਗਏ ਤਾਂ ਫਿਰ ਅਸੀਂ ਅਗਲੀਆਂ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਹਾਰ ਜਾਵਾਂਗੇ, ਸਾਡੇ ਲਈ ਜਿੱਤਣੀਆਂ ਮੁਸ਼ਕਲ ਹੋ ਜਾਣਗੀਆਂ। ਸਰਕਾਰ ਦੇ ਮੰਤਰੀ ਹੀ ਸਰਕਾਰ ਦੇ ਨਾਲ ਉਹਨੇ ਕੰਫਰਟੇਬਲ ਨਹੀਂ ਹੈ। ਮੋਦੀ ਤੇ ਅਮਿਤ ਸ਼ਾਹ ਹੀ ਸਰਕਾਰ ਨੇ ਤੇ ਮੋਦੀ ਤੇ ਅਮਿਤ ਸ਼ਾਹ ਨਾਲ ਕੰਫਰਟੇਬਲ ਨਹੀਂ ਹੈ। ਆਰਐਸਐਸ ਦਾ ਵੀ ਇੱਕ ਧੜਾ ਲਗਾਤਾਰ ਕਹਿ ਰਿਹਾ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ। ਜੀ, ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਦੇ ਵਿੱਚ ਕੀ ਗੱਲਾਂ ਚੱਲ ਰਹੀਆਂ ਨੇ? ਸਰਕਾਰ ਦਾ ਅੰਦਰਲਾ ਚਿਹਰਾ ਕੀ ਕਹਿੰਦਾ ਹੈ, ਬਾਹਰਲਾ ਕੀ ਕਹਿੰਦਾ? ਅੰਦਰਲਾ ਚਿਹਰਾ ਤਾਂ ਕੱਲ ਆਪਾਂ ਲੋਕ ਸਭਾ 'ਚ ਦੇਖਿਆ। ਦੇਖੋ, ਤੁਸੀਂ ਲੋਕਾਂ ਨੂੰ ਕੀ ਬੇਵਕੂਫ ਬਣਾਉਣ ਲੱਗੇ ਹੋ। ਜਿਸ ਤਰ੍ਹਾਂ ਦੇ ਕੱਲ ਕੁਐਸਚਨ ਆਰ 'ਚ ਅਸੀਂ ਦੇਖ ਰਹੇ ਸੀ ਲੋਕ ਸਭਾ 'ਚ ਜਿਹੜੇ ਸਵਾਲ ਜਵਾਬ ਹੋ ਰਹੇ ਨੇ, ਗਿਣੇ ਮਿੱਥੇ ਸਵਾਲ ਨੇ। ਸਰਕਾਰ ਦੇ ਗਿਣੇ ਮਿੱਥੇ ਸਵਾਲਾਂ ਦਾ ਮਤਲਬ ਪੁੱਛਿਆ ਜਾਂਦਾ ਜੀ ਇਲਾਕੇ 'ਚ ਕਦੋਂ ਰਾਸ਼ਟਰੀ ਰਿਲੀਜ਼ ਹੋ ਜਾਏਗੀ, ਇੱਥੇ ਬੀਮਾ ਸਕੀਮ ਕਦੋਂ ਲਾਗੂ ਹੋ ਜਾਏਗੀ। ਕਿਸਾਨੀ ਦੇ ਮੁੱਦਿਆਂ ਤੇ ਪਾਰਲੀਮੈਂਟ 'ਚ ਜਾਣ ਕੇ ਲੋਕਾਂ ਨੂੰ ਇਹ ਕਰਨ ਦੇ ਮਾਰਿਆਂ ਸਰਕਾਰ ਨੇ ਕਿਹਾ ਜੀ ਕਿਸਾਨੀ ਤੇ ਡਿਬੇਟ ਕਰਾਉਣੇ ਆ, ਕਿਉਂਕਿ ਉਦੋਂ ਵੱਡੇ ਮਾਮਲੇ ਜਸੂਸੀ ਕਾਂਡ ਹੋਰ ਬਹੁਤ ਸਾਰੇ ਵੱਡੇ ਮਾਮਲੇ ਚੱਲ ਰਹੇ ਨੇ। ਉਹਨਾਂ ਨੂੰ ਟਾਲਣ ਦੇ ਲਈ ਕਿਸਾਨਾਂ ਤੇ ਵੀ ਬਹਿਸ ਹੋਵੇ, ਦੂਜਿਆਂ ਤੇ ਵੀ ਹੋਵੇ, ਪਰ ਦੂਜਿਆਂ ਤੇ ਨਹੀਂ ਕਰਾਉਣਾ ਚਾਹੁੰਦੇ ਬਹਿਸ ਹੋ। ਤਾਂ ਇਸ ਕਰਕੇ ਕਿਸਾਨੀ ਦੇ ਮੁੱਦੇ ਦੇ ਉੱਤੇ ਜਦੋਂ ਬਹਿਸ ਕੀਤੀ ਗਈ ਉਹਦੇ 'ਚ ਸਾਰੀਆਂ ਹੀ ਹਲਕੀਆਂ ਫੁਲਕੀਆਂ ਗੱਲਾਂ। ਔਰ ਸਵਾਲ ਕੌਣ ਕਰ ਰਿਹਾ ਸੀ? ਬੀਜੇਪੀ ਦੇ ਐਮਪੀ। ਜਵਾਬ ਕੌਣ ਦੇ ਰਹੇ ਸੀ? ਬੀਜੇਪੀ ਦੇ ਮੰਤਰੀ। ਪਰ ਇਹ ਤਾਂ ਬਾਹਰ ਦਿਖਾਉਣ ਲਈ ਹੈ, ਅੰਦਰ ਖਾਤੇ ਸਰਕਾਰ ਡਰੀ ਹੋਈ ਹੈ। ਕਿਸਾਨ ਅੰਦੋਲਨ ਜਿਸ ਤਰੀਕੇ ਨਾਲ ਜਿੰਨਾ ਸੰਗਠਿਤ ਹੈ, ਜਿੰਨਾ ਜਥੇਬੰਦਕ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਅੱਗੇ ਵਧਿਆ ਔਰ ਜਿੰਨਾ ਲੰਮਾ ਸਮਾਂ ਚੱਲਿਆ, ਔਰ ਲੰਮਾ ਸਮਾਂ ਚੱਲਣ ਤੋਂ ਬਾਅਦ ਵੀ ਕਿਸਾਨ ਨਾ ਟੁੱਟੇ ਨੇ, ਨਾ ਥੱਕੇ ਨੇ, ਨਾ ਰੁਕੇ ਨੇ, ਨਾ ਝੁਕੇ ਨੇ, ਔਰ ਬਹੁਤ ਹੀ ਜ਼ਬਰਦਸਤ ਤਰੀਕੇ ਦੇ ਨਾਲ ਅੰਦੋਲਨ ਹੋਰ ਅੱਗੇ ਵਧ ਰਿਹਾ। ਇਹ ਕਿਹਾ ਜਾ ਰਿਹਾ ਕਿ ਜਿਉਂ-ਜਿਉਂ ਗਰਮੀ ਘਟਦੀ ਜਾਏਗੀ ਤਿਉਂ-ਤਿਉਂ ਅੰਦੋਲਨ ਫਿਰ ਉਹੀ ਰੰਗ ਲੈ ਲਏਗਾ ਜਿਹੜਾ ਸ਼ੁਰੂਆਤ 'ਚ ਸੀਗਾ। ਸਿਆਲਾਂ ਦੇ ਅੰਦਰ ਹੋਰ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਲੋਕ ਜਾਣਗੇ। ਤਾਂ ਸਰਕਾਰ ਨੂੰ ਇਹ ਗੱਲ ਦਾ ਪਤਾ ਹੈ। ਸਰਕਾਰ ਆਪਣੀਆਂ ਮੀਟਿੰਗਾਂ ਕਰ ਰਹੀ ਹੈ। ਸਰਕਾਰ ਦੇ ਸੋਰਸੇ ਦੱਸਦੇ ਨੇ, ਸਰਕਾਰ ਦੇ ਅਫਸਰ ਇਹ ਦੱਸਦੇ ਨੇ ਕਿ ਸਰਕਾਰ ਝੁਕੀ ਹੋਈ ਆ, ਸਰਕਾਰ ਡਰੀ ਹੋਈ ਹੈ। ਤੇ ਸਰਕਾਰ ਨੂੰ ਲੱਗਦਾ ਹੈ ਕਿ ਕਦੋਂ ਇਹ ਮਸਲਾ ਹੱਲ ਕਰੀਏ ਔਰ ਇਸ ਮਸਲੇ ਨੂੰ ਹੱਲ ਕਰਕੇ ਅੱਗੇ ਵਧੀਏ। ਕਿਉਂਕਿ ਯੂਪੀ ਚੋਣਾਂ ਦੇ ਅੰਦਰ ਖਾਸ ਤੌਰ ਦੇ ਉੱਤੇ ਜਿਹੜਾ ਪੱਛਮੀ ਯੂਪੀ ਦਾ ਇਲਾਕਾ ਉਹ 'ਚ ਬਹੁਤ ਵੱਡਾ ਪ੍ਰਭਾਵ ਆ। ਔਰ ਪੱਛਮੀ ਯੂਪੀ ਕਦੇ ਪੱਛਮੀ ਯੂਪੀ ਨਹੀਂ ਰਹੇਗੀ। ਪੱਛਮੀ ਯੂਪੀ ਪੂਰੀ ਯੂਪੀ ਬਣ ਜਾਏਗੀ, ਕਿਉਂਕਿ ਯੂਪੀ ਬਹੁਤ ਗਰੀਬ ਸਟੇਟ ਆ। ਉੱਥੇ ਕਿਸਾਨੀ ਬਹੁਤ ਬੁਰਾ ਹਾਲ ਹੈ ਕਿਸਾਨਾਂ ਦਾ। ਪੰਜਾਬ ਦੇ ਕਿਸਾਨ ਦਾ ਯੂਪੀ ਦੇ ਕਿਸਾਨ ਦਾ ਕੰਪੈਰੀਜ਼ਨ ਕਰੋਗੇ ਜ਼ਿਆਦਾ ਬੁਰਾ ਹਾਲ ਹੈ। ਇਸ ਕਰਕੇ ਉੱਥੇ ਘਰ ਘਰ ਮੁੱਦਾ ਜਾਏਗਾ। ਉਹਨਾਂ ਨੂੰ ਪਤਾ ਕਿ ਅਗਰ ਅਸੀਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਹਾਰ ਗਏ ਤਾਂ ਫਿਰ ਅਸੀਂ ਅਗਲੀਆਂ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਹਾਰ ਜਾਵਾਂਗੇ, ਸਾਡੇ ਲਈ ਜਿੱਤਣੀਆਂ ਮੁਸ਼ਕਲ ਹੋ ਜਾਣਗੀਆਂ। ਇਸ ਕਰਕੇ ਸਰਕਾਰ ਦੇ ਅੰਦਰ ਇਹ ਗੱਲ ਚੱਲਦੀ ਹੈ ਕਿ ਮਸਲੇ ਨੂੰ ਛੇਤੀ ਸੋਲਵ ਕਰੋ। ਔਰ ਸਰਕਾਰ ਦੇ ਉੱਤੇ ਦਬਾਅ ਵੀ ਆ ਕੁਝ ਸਰਕਾਰ ਦੇ ਅੰਦਰੋਂ ਹੀ ਤਰ੍ਹਾਂ ਦਾ। ਜਿਵੇਂ ਗਡਕਰੀ ਹੋਰ ਤਰ੍ਹਾਂ ਸੋਚ ਰਹੇ ਨੇ, ਰਾਜਨਾਥ ਸਿੰਘ ਹੋਰ ਤਰ੍ਹਾਂ ਸੋਚ ਰਹੇ ਨੇ। ਸਰਕਾਰ ਦੇ ਮੰਤਰੀ ਹੀ ਬਹੁਤ ਸਾਰੇ ਜਿਹੜੇ ਸਰਕਾਰ ਦੇ ਨਾਲ ਉਹਨੇ ਕੰਫਰਟੇਬਲ ਨਹੀਂ ਹੈ, ਯਾਨੀ ਮੋਦੀ ਤੇ ਅਮਿਤ ਸ਼ਾਹ ਹੀ ਸਰਕਾਰ ਨੇ ਤੇ ਮੋਦੀ ਤੇ ਅਮਿਤ ਸ਼ਾਹ ਨਾਲ ਕੰਫਰਟੇਬਲ ਨਹੀਂ ਹੈ। ਔਰ ਆਰਐਸਐਸ ਦਾ ਵੀ ਇੱਕ ਧੜਾ ਲਗਾਤਾਰ ਕਹਿ ਰਿਹਾ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਣਾ ਚਾਹੀਦਾ, ਇਹਦਾ ਕੋਈ ਰਾਹ ਕੱਢਿਆ ਜਾਣਾ ਚਾਹੀਦਾ। ਤਾਂ ਰਾਹ ਕੱਢਣਾ ਪਏਗਾ ਕਿਉਂਕਿ ਚੋਣਾਂ ਆ ਰਹੀਆਂ ਨੇ ਔਰ ਮੋਦੀ ਸਰਕਾਰ ਦੀ ਪਰਸੈਪਸ਼ਨ ਬਹੁਤ ਸਾਰੇ ਮਸਲੇ ਜਸੂਸੀ ਕਾਂਡ 'ਚ ਇੰਟਰਨੈਸ਼ਨਲੀ ਧਾਰਾਸ਼ਾਹੀ ਹੋ ਗਈ ਸਰਕਾਰ। ਕੌਮਾਂਤਰੀ ਪੱਧਰ ਤੇ ਬਦਨਾਮੀ ਹੋਈ ਮੋਦੀ ਸਰਕਾਰ ਦੀ। ਕਿਸਾਨਾਂ ਦੇ ਪੱਧਰ ਤੇ ਪਹਿਲਾਂ ਕੌਮਾਂਤਰੀ ਬਦਨਾਮੀ ਹੋਈ। ਟਾਈਮਜ਼ ਵਰਗਾ ਮੈਗਜ਼ੀਨ ਫਰੰਟ ਪੇਜ ਦੀ ਸਟੋਰੀ ਲਿਖਦਾ ਗਾ, ਕਵਰ ਸਟੋਰੀ ਟਾਈਮਜ਼ ਮੈਗਜ਼ੀਨ ਦੀ ਇਹ ਸੀ। ਔਰ ਪੂਰੇ ਬਾਕੀ ਮੀਡੀਆ ਨੇ ਦੇਸ਼ ਦੁਨੀਆ ਦੇ ਅੰਦਰ ਅਲਜੀਰਾ ਤੋਂ ਲੈ ਕੇ BBC ਤੱਕ ਹਰ ਥਾਂ ਦੇ ਉੱਤੇ ਗੱਲ ਗਈ। ਤਾਂ ਦੇਸ਼ ਦੇ ਅੰਦਰ ਵੀ ਬਹੁਤ ਸਾਰੇ ਮੁੱਦਿਆਂ ਤੇ ਵਿਰੋਧ ਹੋ ਰਿਹਾ, ਦੇਸ਼ ਦੇ ਬਾਹਰ ਵੀ। ਇਸ ਕਰਕੇ ਮੋਦੀ ਸਰਕਾਰ ਲਈ ਗਲੇ ਦੀ ਹੱਡੀ ਬਣਿਆ ਹੋਇਆ ਅੰਦੋਲਨ। ਔਰ ਮੋਦੀ ਸਰਕਾਰ ਦੇ ਅਫਸਰ ਕਹਿੰਦੇ ਆ ਕਿ ਸਰਕਾਰ ਕੋਈ ਰਾਹ ਲੱਭ ਰਹੀ ਹੈ ਤੇ ਮੰਨਿਆ ਜਾ ਰਿਹਾ ਇਹ ਰਾਹ ਛੇਤੀ ਨਿਕਲ ਸਕਦਾ ਹੈ। ਜੀ, ਕੀ ਜਿੱਤ ਵੱਲ ਵੱਧ ਰਿਹਾ ਕਿਸਾਨੀ ਅੰਦੋਲਨ? ਜਿੱਤ ਇਸ ਗੱਲ ਤੋਂ ਸਾਫ਼ ਹੁੰਦਾ ਹੈਗਾ। ਔਰ ਦੋ ਤਿੰਨ ਚੀਜ਼ਾਂ ਦੇਖਣ ਵਾਲੀਆਂ ਨੇ ਅੰਦੋਲਨ ਦੀਆਂ। ਪਹਿਲੀ ਗੱਲ, ਕੰਸਿਸਟੈਂਸੀ ਇੰਨੀ ਅੰਦੋਲਨ 'ਚ ਤੁਸੀਂ ਦੁਨੀਆ ਦੇ ਅੰਦੋਲਨਾਂ ਨੂੰ ਸਟੱਡੀ ਕਰੋ, ਇੰਨੀ ਕੰਸਿਸਟੈਂਸੀ ਬਹੁਤ ਥੋੜ੍ਹੇ ਅੰਦੋਲਨਾਂ 'ਚ ਮਿਲੇਗੀ। ਜਿਵੇਂ ਆਪਾਂ ਹੀ ਕਹਿੰਦੇ ਆ ਕਿ ਚਾਚਾ ਅਜੀਤ ਸਿੰਘ ਨੇ ਜਦੋਂ ਭਗਤ ਸਿੰਘ ਦੇ ਚਾਚਾ ਜੀ ਨੇ ਪਗੜੀ ਸੰਭਾਲ ਜੱਟਾ ਲਹਿਰ ਖੜੀ ਕੀਤੀ ਸੀ, ਉਸ ਤੋਂ ਬਾਅਦ ਇਹ ਅੰਦੋਲਨ ਆ ਪੰਜਾਬ 'ਚ ਇੰਨਾ ਲੰਬਾ ਅੰਦੋਲਨ ਪੰਜਾਬ 'ਚ ਕੋਈ ਨਹੀਂ ਹੋਇਆ। ਔਰ ਇੰਨਾ ਜਥੇਬੰਦਕ ਅੰਦੋਲਨਾਂ ਨੂੰ ਸੈਟਬੈਕ ਲੱਗਦੀ ਹੈ। ਪੂਰੀ ਦੁਨੀਆ ਦੇ ਅੰਦੋਲਨ ਚੱਕ ਕੇ ਦੇਖ ਲਓ ਤੁਸੀਂ, ਪੰਜਾਬ ਦਾ ਇਤਿਹਾਸ ਦੇਖ ਲਓ, ਇੰਡੀਆ ਦਾ ਇਤਿਹਾਸ ਦੇਖ ਲਓ। ਅੰਦੋਲਨਾਂ ਦੇ ਅੰਦਰ ਅੰਦੋਲਨ ਲਗਾਤਾਰ ਜਦੋਂ ਚੱਲਦੇ ਨੇ ਤਾਂ ਉਹਨਾਂ ਦੇ ਅੰਦਰ ਖੜੋਤ ਵੀ ਆਉਂਦੀ ਹੈ, ਯਾਨੀ ਉਹਨਾਂ ਦੇ ਅੰਦਰ ਨਿਰਾਸ਼ਾ ਵੀ ਆਉਂਦੀ ਹੈ, ਖੜੋਤ ਵੀ ਆਉਂਦੀ ਹੈ, ਮਸਲੇ ਹੱਲ ਨਹੀਂ ਹੋ ਰਹੇ। ਕੁਝ ਟਾਈਮ ਲਈ ਇਹ ਹੋਇਆ, ਕੁਝ ਟਾਈਮ ਦੇ ਲਈ ਕਿਸਾਨਾਂ ਨੂੰ ਲੱਗਿਆ, ਕਿਸਾਨ 26 ਤੋਂ ਬਾਅਦ ਆਪਾਂ ਦੇਖ ਰਹੇ ਸੀਗੇ। ਪਰ ਫਿਰ ਉਸੇ ਜੋਸ਼ ਦੇ ਨਾਲ ਉੱਤਰ ਪ੍ਰਦੇਸ਼ ਉੱਠਿਆ, ਹਰਿਆਣਾ ਉੱਠਿਆ, ਪੰਜਾਬ ਉੱਠਿਆ। ਉਸੇ ਜੋਸ਼ ਦੇ ਨਾਲ ਅੰਦੋਲਨਕਾਰੀ ਫਿਰ ਜਿਹੜਾ ਮੋਦੀ ਹੋਰਾਂ ਨੇ ਕਿਹਾ ਸੀ ਅੰਦੋਲਨ ਜੀਵੀ ਨੇ। ਔਰ ਲੋਕਾਂ ਨੇ ਕਿਹਾ ਕਿਉਂ ਅੰਦੋਲਨ ਜੀਵੀ ਨੇ? ਲੋਕਾਂ ਨੇ ਬੜੇ ਠੋਕ ਵਜਾ ਕੇ ਕਿਹਾ ਕਿ ਹਾਂ ਅਸੀਂ ਅੰਦੋਲਨ ਜੀਵੀ ਹਾਂ,
ਇਹ ਅੰਦੋਲਨਾਂ ਦਾ ਦੇਸ਼ ਹੈ। ਇੱਥੇ ਕਿਹਨੇ ਅੰਦੋਲਨ ਨਹੀਂ ਕੀਤਾ? ਇੱਥੇ ਗਾਂਧੀ ਨੇ ਅੰਦੋਲਨ ਨਹੀਂ ਕੀਤਾ, ਇੱਥੇ ਅੰਬੇਦਕਰ ਨੇ ਨਹੀਂ ਕੀਤਾ, ਇੱਥੇ ਸਿੱਖਾਂ ਨੇ ਅੰਦੋਲਨ ਨਹੀਂ ਕੀਤੇ, ਮੁਸਲਮਾਨਾਂ ਨੇ ਨਹੀਂ ਕੀਤੇ, ਕਿਹਨਾਂ ਨੇ ਅੰਦੋਲਨ ਨਹੀਂ ਕੀਤੇ? ਸਾਰੀਆਂ ਕਮਿਊਨਿਟੀਆਂ, ਸਾਰੇ ਲੀਡਰ ਇੱਥੇ ਅੰਦੋਲਨਕਾਰੀ ਹੀ ਰਹੇ ਨੇ। ਖੁਦ ਇਹਨਾਂ ਦੀ ਪਾਰਟੀ ਵੀ ਅੰਦੋਲਨ ਚੋਂ ਨਿਕਲੀ ਪਾਰਟੀ ਹੈ, ਜਿਹਨੂੰ ਅੰਦੋਲਨਜੀਵੀ ਕਹਿੰਦੇ ਨੇ ਮੋਦੀ। ਇਸ ਕਰਕੇ ਅੰਦੋਲਨ ਦੀ ਜਿੱਤ ਯਕੀਨੀ ਹੈ, ਅੰਦੋਲਨ ਦੀ ਜਿੱਤ ਦੀ ਇਬਾਰਤ ਲਿਖੀ ਜਾ ਚੁੱਕੀ ਹੈ ਔਰ ਇਹ ਸਰਕਾਰ ਨੂੰ ਵੀ ਪਤਾ ਹੈ ਕਿ ਅੰਦੋਲਨ ਦੀ ਤਾਕਤ ਕੀ ਹੈ। ਸਰਕਾਰ ਨੂੰ ਇਹ ਲੱਗਦਾ ਸੀ ਵੀ ਅੰਦੋਲਨ ਤਾਂ ਗਿਆ, ਸਰਕਾਰ ਨੂੰ ਇਹ ਬਹੁਤ ਸੀ ਕਿ ਅੰਦੋਲਨ ਤਾਂ ਗਿਆ, 26 ਤੋਂ ਬਾਅਦ ਲੱਗਿਆ, ਬਹੁਤ ਵਾਰ ਲੱਗਿਆ ਸਰਕਾਰ ਨੂੰ ਕਿ ਅੰਦੋਲਨ ਤਾਂ ਗਿਆ, ਅੰਦੋਲਨ ਤਾਂ ਖਤਮ ਹੈ, ਇਹ ਤਾਂ ਫਿਜ਼ਲ ਆਊਟ ਹੋ ਜੂ, ਲੋੜ ਹੀ ਨਹੀਂ ਸਮਝੌਤਾ ਕਰਨ ਦੀ। ਜਦੋਂ ਜਦੋਂ ਸਰਕਾਰ ਨੂੰ ਇਹ ਭਰਮ ਪੈਦਾ ਹੋਇਆ, ਉਦੋਂ ਸਰਕਾਰ ਦਾ ਭੁਲੇਖਾ ਲੋਕਾਂ ਨੇ ਦੂਰ ਕੀਤਾ, ਕਿਸਾਨਾਂ ਨੇ ਦੂਰ ਕੀਤਾ, ਵੱਡੀ ਗਿਣਤੀ 'ਚ ਆ ਕੇ। ਹੁਣ ਵੀ ਅਸੀਂ ਦੇਖ ਰਹੇ ਹਾਂਗੇ। ਇਸ ਕਰਕੇ ਅੰਦੋਲਨ ਦੀ ਜਿੱਤ ਯਕੀਨੀ ਹੈ ਤੇ ਸਰਕਾਰ ਡਰੀ ਹੋਈ ਹੈ। ਸਰਕਾਰ ਕੋਈ ਹੱਲ ਕੱਢਣਾ ਚਾਹੁੰਦੀ ਹੈ, ਪਰ ਕਿਉਂਕਿ ਹੱਲ 'ਚ ਕੁਝ ਲੋਕ ਅੱਗੇ ਵਧਦੇ ਨੇ, ਪਰ ਵਿੱਚ ਕੋਈ ਹੁੰਦੇ ਆ ਕਿ ਜਦੋਂ ਸਰਕਾਰ ਦੇ ਲੈਵਲ ਤੇ ਗੱਲ ਚੱਲਦੀ ਹੈ, ਕੁਝ ਅਫਸਰ ਹੁੰਦੇ ਨੇ ਜਿੱਥੇ ਆ ਕੇ ਗੱਲ ਅੜ ਜਾਂਦੀ ਹੈ। ਸਾਨੂੰ ਪਤਾ ਹੈ ਕਿ ਬੈਕਗਰਾਊਂਡ ਦੇ ਪਿੱਛੇ ਵੀ ਗੱਲ ਚੱਲ ਰਹੀ ਹੈ, ਯਾਨੀ ਬੈਕਗਰਾਊਂਡ 'ਚ ਗੱਲ ਚੱਲ ਰਹੀ ਹੈ। ਸੰਸਦ 'ਚ ਕੀ ਕਰ ਰਹੇ ਨੇ, ਕਿਸਾਨ ਅੰਦੋਲਨ 'ਚ ਕੀ ਹੋ ਰਿਹਾ ਹੈ, ਨਹੀਂ, ਬੈਕਗਰਾਊਂਡ ਦੇ ਅੰਦਰ ਲਗਾਤਾਰ ਕਿਸਾਨ ਅੰਦੋਲਨ ਦੇ ਲੀਡਰਾਂ ਨੂੰ ਵੀ ਅਪਰੋਚ ਕੀਤਾ ਜਾਂਦਾ ਔਰ ਕਿਸਾਨਾਂ ਦੇ ਮਸਲੇ ਤੇ ਸਰਕਾਰ ਲਗਾਤਾਰ ਸੋਚ ਰਹੀ ਹੈ। ਇਸ ਕਰਕੇ ਅੰਦੋਲਨ ਦੀ ਇਬਾਰਤ ਲਿਖੀ ਜਾ ਚੁੱਕੀ ਹੈ ਤੇ ਅੰਦੋਲਨ ਲਗਾਤਾਰ ਅੱਗੇ ਵਧ ਰਿਹਾ ਹੈ ਔਰ ਸਰਕਾਰ ਨੂੰ ਚਾਹੀਦਾ ਵੀ ਇਹ ਗੱਲ, ਸਰਕਾਰ ਨੂੰ ਚਾਹੀਦਾ, ਤੁਹਾਡੇ ਮੁਲਕ ਦੇ ਲੋਕ ਨੇ, ਇਹਨਾਂ ਨੇ ਇਸ ਮੁਲਕ ਦੇ ਲਈ ਹਮੇਸ਼ਾ ਕੁਰਬਾਨੀਆਂ ਕੀਤੀਆਂ ਨੇ, ਇਹ ਹਮੇਸ਼ਾ ਇਸ ਮੁਲਕ ਦੇ ਲਈ ਲੜੇ ਨੇ। ਅੱਜ ਤੁਸੀਂ ਮੈਡਲ ਦੇਖ ਲਓ ਜਿਹੜੇ ਆ ਰਹੇ ਨੇ, ਉਹ 'ਚ ਕਿੰਨੇ ਕਿਸਾਨਾਂ ਦੇ ਪੁੱਤ ਨੇ, ਪੁਨੀਆਂ ਤੋਂ ਲੈ ਕੇ ਕਿੰਨੇ ਹੀ ਹਾਕੀ ਦੀ ਟੀਮ 'ਚ ਦੇਖ ਲਓ, ਕਿਸਾਨ ਘਰਾਂ 'ਚੋਂ ਗਏ ਹੋਏ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨ ਨੇ, ਕੁੜੀਆਂ ਨੇ। ਤਾਂ ਸਰਕਾਰ ਨੂੰ ਚਾਹੀਦਾ, ਇਸ ਦੇਸ਼ ਦੇ ਲਈ ਇੰਨਾ ਕੰਟਰੀਬਿਊਟ ਕੀਤਾ ਇਹਨਾਂ ਲੋਕਾਂ ਨੇ, ਸਰਕਾਰ ਵੀ ਇਸ ਮਸਲੇ ਤੇ ਸੋਚੇ ਤੇ ਇਹਦਾ ਹੱਲ ਕੱਢੇ।